ਸਨਮਾਨਯੋਗ ਗੁਰੂ ਨਿਵਾਜੀ ਸਾਧ ਸੰਗਤ ਜੀਓ, ਆਪ ਜੀ ਨੇ ਸਤਿਗੁਰੂ ਜੀ ਦੀ ਪਰਮ ਪਵਿੱਤਰ ਹਜ਼ੂਰੀ ਵਿੱਚ ਬੈਠ ਕੇ ਗੁਰਬਾਣੀ ਦੇ ਪਾਠ ਅਤੇ ਗੁਰਬਾਣੀ ਕੀਰਤਨ ਸਰਵਣ ਕੀਤੇ ਹਨ। ਆਓ ਹੁਣ ਆਪਣੀਆਂ ਮਨੋਬਿਰਤੀਆਂ ਗੁਰਮਤਿ ਦੀ ਵਿਚਾਰਧਾਰਾ ਨਾਲ ਜੋੜਨ ਲਈ ਮਨ ਹੀ ਮਨ ਗੁਰੂ ਚਰਨਾਂ ਵਿੱਚ ਅਰਦਾਸ ਕਰੀਏ। ਸਤਿਗੁਰੂ ਜੀ ਰਹਿਮਤ ਕਰਨ, ਸਾਡਾ ਮਨ ਗੁਰਬਾਣੀ ਦੀ ਵਿਚਾਰਧਾਰਾ ਵਿੱਚ ਜੁੜ ਸਕੇ। ਇਸ ਗੁਰਬਾਣੀ ਦੀ ਵਿਚਾਰਧਾਰਾ ਨੂੰ ਅਸੀਂ ਆਪਣੇ ਮਨ ਵਿੱਚ ਵਸਾ ਕੇ ਆਪਣਾ ਜੀਵਨ ਸਫਲ ਬਣਾ ਸਕੀਏ। ਪਿਛਲੇ ਸ਼ੁੱਕਰਵਾਰ ਆਪਾਂ ਜਿਸ ਜਗ੍ਹਾ ਕਥਾ ਦੀ ਸਮਾਪਤੀ ਕੀਤੀ ਸੀ, ਉਸੇ ਹੀ ਜਗ੍ਹਾ ਤੋਂ ਅੱਜ ਆਪਾਂ ਪ੍ਰਾਰੰਭ ਕਰਦੇ ਹਾਂ। ਸ਼ਬਦ ਸੀ ਬ੍ਰਹਮਚਰਜ, ਜਿਸ ਦਾ ਇਹ ਦੋ ਅਰਥ ਸਨ। ਚੇਤਨਾ ਨੂੰ ਬ੍ਰਹਮ ਵਿੱਚ ਸਥਿਰ ਕਰਨਾ, ਯਾਨੀ ਆਪਣੀ ਆਤਮਾ ਨੂੰ ਪਰਮਾਤਮਾ ਵਿੱਚ ਲੀਨ ਕਰਨਾ। ਦੂਸਰਾ ਬਚਨ ਸੀ ਇੰਦਰੀਆਂ ਨੂੰ ਸੰਜਮ ਵਿੱਚ ਰੱਖਣਾ, ਜਿਸ ਦਾ ਅਰਥ ਸੀ ਕਿ ਜਿਹੜੇ ਸਾਡੇ ਕਰਮ ਇੰਦਰੀ ਤੇ ਗਿਆਨ ਇੰਦਰੀ ਨੇ, ਇਸ ਦੇ ਨਾਲ ਨਾਲ ਸਾਡਾ ਇੱਕ ਅੰਤਸ਼ਕਰਨ ਹੈ, ਜਿਸ ਵਿੱਚ ਸਾਡਾ ਮਨ ਹੈ, ਸਾਡੀ ਬੁੱਧੀ ਹੈ, ਚਿੱਤ ਹੈ ਅਤੇ ਅਹੰਕਾਰ ਹੈ। ਇਹਨਾਂ ਸਾਰਿਆਂ ਨੂੰ ਸੰਜਮ ਵਿੱਚ ਰੱਖਣਾ। ਸੰਜਮ ਤੋਂ ਮਤਲਬ ਹੈ ਕਿਸੇ ਕਾਨੂੰਨ ਵਿੱਚ, ਕਿਸੇ ਨਿਯਮ ਦੇ ਅਧੀਨ, ਕਿਸੇ ਮਰਿਆਦਾ ਵਿੱਚ, ਕਿਸੇ ਡਿਸਿਪਲਿਨ ਦੇ ਵਿੱਚ ਇਹਨਾਂ ਨੂੰ ਟਿਕਾ ਕੇ ਰੱਖਣਾ। ਸੋ ਇਹ ਬਚਨ ਆਪਾਂ ਪਿਛਲੀ ਵਾਰੀ ਸਾਂਝੇ ਕੀਤੇ ਸਨ। ਸੋ ਅੱਜ ਆਪਾਂ ਪ੍ਰਾਰੰਭ ਕਰਦੇ ਹਾਂ ਕਿ ਇਸ ਬ੍ਰਹਮਚਰਜ ਲਈ ਸਾਨੂੰ ਗੁਰਮਤਿ ਕੀ ਸਿਖਾਉਂਦੀ ਹੈ, ਗੁਰਬਾਣੀ ਵਿੱਚ ਇਹਦੇ ਬਾਰੇ ਕੀ ਲਿਖਿਆ ਹੋਇਆ ਹੈ। ਵਿਦਵਾਨਾਂ ਦਾ ਅਰਥ ਹੈ ਬ੍ਰਹਮਚਰਜ ਕਾਮ ਵਾਸਨਾ ਦੇ ਅਧੀਨ ਨਾ ਹੋਣਾ ਨੂੰ ਆਖਦੇ ਹਨ। ਸੋ ਕੇਵਲ ਕਾਮ ਵਾਸਨਾ ਨਹੀਂ, ਸਗੋਂ ਸਾਡੀਆਂ ਬਹੁਤ ਸਾਰੀਆਂ ਹੋਰ ਵੀ ਕਾਮਨਾਵਾਂ ਹੁੰਦੀਆਂ ਨੇ। ਕਾਮਨਾਵਾਂ ਤੋਂ ਭਾਵ ਹੈ ਜੋ ਸਾਡੀਆਂ ਇੱਛਾਵਾਂ ਨੇ, ਜੋ ਅਸੀਂ ਜ਼ਿੰਦਗੀ ਵਿੱਚ ਹੋਣਾ ਚਾਹੁੰਦੇ ਹਾਂ ਜਾਂ ਜੋ ਜ਼ਿੰਦਗੀ ਵਿੱਚ ਪ੍ਰਾਪਤ ਕਰਨਾ ਚਾਹੁੰਦੇ ਹਾਂ, ਜਾਂ ਜਿਹੜੀਆਂ ਚੀਜ਼ਾਂ ਅਸੀਂ ਜਿਨ੍ਹਾਂ ਤੋਂ ਬਚ ਕੇ ਰਹਿਣਾ ਚਾਹੁੰਦੇ ਹਾਂ ਕਿ ਉਹ ਚੀਜ਼ਾਂ ਸਾਡੇ ਕੋਲ ਕਦੇ ਵੀ ਨਾ ਆਉਣ। ਇਹ ਸਾਰੀਆਂ ਇੱਛਾਵਾਂ ਹੁੰਦੀਆਂ ਨੇ, ਇਹਨਾਂ ਨੂੰ ਅਸੀਂ ਕਾਮਨਾਵਾਂ ਵੀ ਆਖਦੇ ਹਾਂ। ਸੋ ਗੁਰਮਤਿ ਸਾਨੂੰ ਇਹ ਗੱਲ ਸਮਝਾਉਂਦੀ ਹੈ ਕਿ ਜਦੋਂ ਅਸੀਂ ਕਾਮ ਵਾਸ਼ਨਾ ਦੇ ਅਧੀਨ ਨਹੀਂ ਹੋਣਾ ਤੇ ਸਾਨੂੰ ਕੁਝ ਕਰਮ ਕਰਨੇ ਪੈਣੇ ਨੇ, ਜਿਨ੍ਹਾਂ ਵਿੱਚ ਜੋ ਸੁਖਮਨੀ ਸਾਹਿਬ ਵਿੱਚ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਸਾਨੂੰ ਸਮਝਾਇਆ ਹੈ, ਪਰ ਤੇਰਿਆ ਰੂਪ ਨ ਪੇਖੈ ਨੇਤਰ, ਸਾਧ ਕੀ ਟਹਿਲ ਸੰਤ ਸੰਗ ਹੇਤ। ਇੱਕ ਗੱਲ ਹੁੰਦੀ ਹੈ ਕਿ ਸਾਨੂੰ ਸਾਡੇ ਬਜ਼ੁਰਗ, ਸਾਡੇ ਸਿਆਣੇ ਲੋਕ ਕੁਝ ਕਰਮ ਕਰਨ ਤੋਂ ਵਰਜਦੇ ਨੇ ਕਿ ਤੁਸੀਂ ਇਹ ਕੰਮ ਨਹੀਂ ਕਰਨਾ, ਸਿਰਫ ਇੱਥੇ ਹੀ ਉਹ ਬਸ ਕਰ ਜਾਂਦੇ ਨੇ। ਪਰ ਕੁਝ ਉਹਨਾਂ ਤੋਂ ਹੋਰ ਵਧੇਰੇ ਲੋਕ ਜਿਹੜੇ ਸਿਆਣੇ ਹੁੰਦੇ ਨੇ, ਉਹ ਉਸ ਦਾ ਬਦਲ ਦਿੰਦੇ ਨੇ ਕਿ ਜੇ ਆਹ ਨਹੀਂ ਕਰਨਾ ਤੇ ਇਸ ਦੀ ਬਜਾਏ ਆਹ ਕਰਨਾ ਹੈ, ਕਿਉਂਕਿ ਮਨੁੱਖੀ ਸੁਭਾਅ ਹੈ, ਇਹ ਨਾ ਕਰਨ ਤੇ ਰੁਕ ਨਹੀਂ ਸਕਦਾ। ਜੇ ਸਾਨੂੰ ਕੋਈ ਮਨੁੱਖ ਆਖੇ ਕਿ ਤੁਸੀਂ ਆਪਣੇ ਅੰਦਰ ਫੁਰਨਾ ਹੀ ਨਾ ਉੱਠਣ ਦਿਓ, ਸਾਡੀ ਉਹ ਅਵਸਥਾ ਨਹੀਂ।
ਸਾਡੇ ਮਨ ਵਿੱਚ ਤੇ ਬਹੁਤ ਕੁਝ ਘੁੰਮਦਾ ਰਹਿੰਦਾ ਹੈ, 24 ਘੰਟੇ ਚੱਲਦਾ ਰਹਿੰਦਾ ਹੈ। ਪਰ ਜੇ ਸਾਨੂੰ ਇਹ ਸਮਝਾ ਦਿੱਤਾ ਜਾਏ ਕਿ ਆ ਜਿਹੜੇ ਦੁਨਿਆਵੀ ਫੁਰਨੇ ਤੁਸੀਂ ਉਠਾਉਂਦੇ ਹੋ, ਇਹਨਾਂ ਦੀ ਬਜਾਏ ਤੁਸੀਂ ਚੰਗੇ ਫੁਰਨੇ ਉਠਾਓ, ਸੇਵਾ ਦੇ ਉਠਾਓ, ਸਿਮਰਨ ਦੇ ਉਠਾਓ, ਲੋਕ ਭਲਾਈ ਦੇ ਕੰਮਾਂ ਲਈ ਸੋਚੋ, ਫਿਰ ਸਾਡਾ ਮਨ ਉਸ ਪਾਸਿਓਂ ਹਟ ਕੇ ਇਸ ਪਾਸੇ ਹੋ ਸਕਦਾ ਲੱਗ ਜਾਏ। ਸੋ ਗੁਰੂ ਸਾਹਿਬ ਨੇ ਸਾਨੂੰ ਗੁਰਬਾਣੀ ਵਿੱਚ ਬਿਲਕੁਲ ਇਹੀ ਟੈਕਨੀਕ ਵਰਤੀ ਹੈ ਕਿ ਇੱਕ ਪਾਸਿਓਂ ਤੁਹਾਡੇ ਮਨ ਨੂੰ ਗੁਰੂ ਸਾਹਿਬ ਹਟਾਉਣਾ ਚਾਹੁੰਦੇ ਨੇ, ਪਰ ਇਹ ਹਟਿਆ ਰਹੇਗਾ ਨਹੀਂ, ਇਸ ਲਈ ਉਹ ਚਾਹੁੰਦੇ ਨੇ ਕਿ ਕਿਸੇ ਦੂਜੇ ਪਾਸੇ ਲਗਾ ਦਿੱਤਾ ਜਾਏ। ਪਰ ਤੇਰੇ ਰੂਪ ਨ ਪੇਖੈ ਨੇਤਰ ਤੋਂ ਮਤਲਬ ਹੈ ਕਿ ਪਰਾਏ ਰੂਪ ਨੂੰ ਮਾੜੀ ਨਿਗਾਹ ਨਾਲ ਨਾ ਤੱਕਣਾ। ਵੇਖਣ ਨੂੰ ਅੱਖਾਂ ਰੱਬ ਨੇ ਲਾਈਆਂ ਨੇ, ਇਹ ਸਭ ਕੁਝ ਵੇਖਣਗੀਆਂ। ਜਿਹੜੀ ਵੀ ਚੀਜ਼ ਇਹਨਾਂ ਦੇ ਸਾਹਮਣੇ ਆਏਗੀ ਉਸ ਦੀ ਤਸਵੀਰ ਅੰਦਰ ਪਹੁੰਚਾ ਦੇਣਗੀਆਂ। ਕੁਝ ਵੀ ਆਏ, ਚੰਗਾ ਆਵੇ, ਮਾੜਾ ਆਵੇ, ਸੋਹਣਾ ਆਵੇ, ਕੋਝਾ ਆਵੇ, ਇਹ ਉਸ ਦੀ ਤਸਵੀਰ ਸਾਡੇ ਅੰਦਰ ਪਹੁੰਚਾ ਹੀ ਦੇਣਗੀਆਂ। ਪਰ ਗੁਰੂ ਸਾਹਿਬ ਦੀ ਵਿਚਾਰਧਾਰਾ ਇਹ ਹੈ ਕਿ ਇਹ ਨੇਤਰੋ ਮੇਰਿਓ ਹਰ ਤੁਮ ਮੈਂ ਜੋਤ ਧਰੀ, ਹਰ ਬਿਨ ਅਵਰ ਨ ਦੇਖੋ ਕੋਈ। ਪਰ ਤੇਰਿਆ ਰੂਪ ਨ ਪੇਖੈ ਨੇਤਰ, ਪਰ ਹਰ ਬਿਨ ਅਵਰ ਨ ਦੇਖੋ ਕੋਈ। ਦੋ ਚੀਜ਼ਾਂ ਹੋ ਗਈਆਂ ਕਿ ਇਸ ਨਿਗਾਹ ਦੇ ਨਾਲ, ਇਹਨਾਂ ਅੱਖਾਂ ਦੇ ਨਾਲ, ਮੰਦ ਵਾਸ਼ਨਾ ਦੇ ਨਾਲ, ਮੰਦ ਵਿਚਾਰਧਾਰਾ ਦੇ ਨਾਲ, ਮੰਦ ਸੋਚ ਸਮਝ ਦੇ ਨਾਲ ਕਿਸੇ ਨੂੰ ਨਾ ਵੇਖੋ, ਸਗੋਂ ਜਿਹਨੂੰ ਵੀ ਵੇਖੋ ਉਹਦੇ ਵਿੱਚੋਂ ਪਰਮਾਤਮਾ ਦਾ ਰੂਪ ਵੇਖੋ। ਦੂਜੇ ਪਾਸੇ ਸਤਿਗੁਰੂ ਜੀ ਆਖਣ ਲੱਗੇ ਕਿ ਜੇ ਮੈਂ ਤੁਹਾਨੂੰ ਮਨਾ ਕਰਾਂ ਕਿ ਇਹ ਪਰਾਏ ਰੂਪ ਵੱਲ ਨਾ ਤੱਕੋ ਤੇ ਤੁਸੀਂ ਆਖੋਗੇ ਫਿਰ ਕਰੀਏ ਕੀ? ਤੇ ਗੁਰੂ ਸਾਹਿਬ ਨੇ ਆਖਿਆ, ਸਾਧ ਕੀ ਟਹਿਲ ਸੰਤ ਸੰਗ ਹੇਤ। ਹੇਤ ਦਾ ਮਤਲਬ ਹੈ ਪਿਆਰ। ਇਸ ਚੀਜ਼ ਨੂੰ ਤਿਆਗ ਕੇ ਇਹਨਾਂ ਨੇਤਰਾਂ ਦੇ ਨਾਲ ਪਰਾਏ ਰੂਪ ਨੂੰ ਮੰਦੀ ਨਿਗਾਹ ਨਾਲ ਵੇਖਣ ਤੋਂ ਅੱਖਾਂ ਨੂੰ ਰੋਕ ਕੇ ਸਾਧੂਆਂ ਦੀ ਟਹਿਲ ਵਿੱਚ ਲੱਗ ਜਾਓ। ਸੰਤਾਂ ਦੇ ਨਾਲ, ਸਤ ਸੰਗਤ ਦੇ ਨਾਲ ਪਿਆਰ ਪਾਓ। ਫਿਰ ਸਾਨੂੰ ਇਹ ਗੱਲ ਸਮਝਾਈ, ਕਰਨ ਨਾ ਸੁਣੈ ਕਾਹੂ ਕੀ ਨਿੰਦਾ। ਤੁਹਾਡੇ ਕੰਨ ਕਿਸੇ ਵੀ ਤਰ੍ਹਾਂ ਨਾਲ ਪਰਾਈ ਨਿੰਦਿਆ ਨੂੰ ਨਾ ਸੁਣਨ, ਕਿਉਂਕਿ ਮੇਰਾ ਇਹ ਕੰਮ ਹੈ, ਮੈਂ ਗੁਰਬਾਣੀ ਨੂੰ ਪੜ੍ਹਦਾ ਹਾਂ, ਉਸ ਨੂੰ ਵਿਚਾਰਦਾ ਹਾਂ, ਤੇ ਸ਼ਾਇਦ ਮੈਂ ਵੀ ਇਸ ਲਈ ਵਿਚਾਰਦਾ ਕਿ ਤੁਹਾਨੂੰ ਸੁਣਾਉਣਾ ਹੈ ਕੁਝ। ਜੇ ਇਹ ਕਰਮ ਮੇਰਾ ਨਾ ਹੁੰਦਾ ਤੇ ਸ਼ਾਇਦ ਮੈਂ ਵੀ ਨਾ ਹੀ ਪੜ੍ਹਦਾ, ਨਾ ਹੀ ਵਿਚਾਰਦਾ। ਪਰ ਹੁਣ ਮੈਨੂੰ ਇਹ ਕਿੱਤਾ ਅਪਣਾ ਲੈਣ ਦੇ ਕਾਰਨ ਮੈਂ ਇਸ ਨੂੰ ਹੋਰ ਧਿਆਨ ਨਾਲ ਪੜ੍ਹਦਾ ਤੇ ਇਹਦਾ ਮੈਨੂੰ ਬਹੁਤ ਲਾਭ ਹੋ ਰਿਹਾ ਹੈ, ਬਹੁਤ ਜ਼ਿਆਦਾ ਹੋ ਰਿਹਾ ਹੈ। ਤੇ ਮੈਨੂੰ ਉਮੀਦ ਹੈ ਤੁਹਾਨੂੰ ਵੀ ਜ਼ਰੂਰ ਹੁੰਦਾ ਹੋਵੇਗਾ, ਭਾਵੇਂ ਥੋੜਾ ਹੀ ਹੁੰਦਾ ਹੋਵੇ। ਕਰਨ ਨਾ ਸੁਣੈ ਕਾਹੂ ਕੀ ਨਿੰਦਾ। ਇਹ ਗੱਲ ਮੈਂ ਤਾਂ ਆਖੀ ਹੈ ਕਿ ਲਾਭ ਹੋ ਰਿਹਾ ਹੈ। ਪੁਰਾਣੇ ਸਮੇਂ ਵਿੱਚ ਜਦੋਂ ਕੋਈ ਕਿਸੇ ਦੀ ਗੱਲ ਮੇਰੇ ਨਾਲ ਅਣਹੋਣੀ ਜਾਂ ਹੋਣੀ ਕੋਈ ਕਰਦਾ ਸੀ ਤੇ ਮੈਂ ਉਹਨੂੰ ਬੜੇ ਧਿਆਨ ਨਾਲ ਸੁਣਦਾ ਸਾਂ। ਧਿਆਨ ਨਾਲ ਸੁਣ ਕੇ ਫਿਰ ਉਹਦੀ ਗੱਲ ਵਿੱਚ ਅੱਗੋਂ ਜਵਾਬ ਵੀ ਦਿੰਦਾ ਸਾਂ। ਉਹਦੇ ਨਾਲ ਗੱਲਬਾਤ ਸ਼ੁਰੂ ਹੋ ਜਾਂਦੀ ਸੀ ਤੇ ਉਹ ਸਾਰੀ ਦੀ ਸਾਰੀ ਨਿੰਦਿਆ ਹੀ ਰਹੀ ਹੁੰਦੀ ਸੀ। ਇਹਦਾ ਮੈਨੂੰ ਲਾਭ ਕੀ ਹੋ ਰਿਹਾ ਹੈ? ਹੁਣ ਕੁਝ ਸਮੇਂ ਤੋਂ ਇਸ ਤਰ੍ਹਾਂ ਸੋਝੀ ਆ ਗਈ ਏ, ਮੇਰੇ ਨਾਲ ਕਿਸੇ ਦੀ ਕੋਈ ਗੱਲ ਕਰਨਾ ਆਰੰਭ ਕਰਕੇ ਵੇਖਣਾ ਤੁਸੀਂ ਬੇਸ਼ੱਕ, ਮੈਂ ਮਨਾ ਕਰ ਦਿਆਂਗਾ ਕਿ ਜਿੱਦਣ ਉਹ ਬੰਦਾ ਜਿਹਦੀ ਆਪਾਂ ਗੱਲ ਕਰਨ ਲੱਗੇ ਆ, ਜਿੱਦਣ ਆਪਣੇ ਕੋਲ ਹੋਏਗਾ, ਸਾਹਮਣੇ ਹੋਏਗਾ, ਉਦਣ ਕਰਾਂਗੇ। ਹੁਣ ਨਹੀਂ। ਹੁਣ ਕੋਈ ਗੁਰੂ ਦੀ ਗੱਲ ਕਰੀਏ, ਕੋਈ ਗੁਰਬਾਣੀ ਦੀ ਗੱਲ ਕਰੀਏ, ਕੋਈ ਸਿਮਰਨ ਦੀ ਗੱਲ ਕਰੀਏ ਜਾਂ ਕੋਈ ਆਪਣੀ ਕਰੀਏ, ਕਿਸੇ ਦੀ ਕਰਨ ਦੀ ਜ਼ਰੂਰਤ ਨਹੀਂ। ਤੇ ਮੈਂ ਚਾਹਾਂਗਾ ਤੁਸੀਂ ਵੀ ਇਸ ਗੱਲ ਨੂੰ, ਇਹ ਗੱਲ ਕੋਈ ਮੇਰੀ ਨਹੀਂ, ਕੋਈ ਮੇਰੀ ਕਾਢ ਨਹੀਂ, ਇਹ ਤੇ ਗੁਰੂ ਸਾਹਿਬ ਆਖ ਰਹੇ ਨੇ, ਕਰਨ ਨਾ ਸੁਣੈ ਕਾਹੂ ਕੀ ਨਿੰਦਾ। ਕਿਸੇ ਦੀ ਵੀ
ਚਾਹੇ ਸਾਡਾ ਦੁਸ਼ਮਣ ਹੀ ਕਿਉਂ ਨਾ ਹੋਵੇ, ਕਿਸੇ ਦੀ ਨਿੰਦਿਆ ਨਹੀਂ ਸੁਣਨੀ। ਤੇ ਨਿੰਦਿਆ ਦਾ ਮਤਲਬ ਹੈ ਜਿਹੜੀ ਕਿਸੇ ਦੀ ਪਿੱਠ ਪਿੱਛੇ ਗੱਲ ਕੀਤੀ ਜਾ ਰਹੀ ਹੋਵੇ ਉਸ ਨੂੰ ਚੁਗਲੀ ਵੀ ਆਖਦੇ ਨੇ ਤੇ ਨਿੰਦਿਆ ਵੀ ਆਖਦੇ ਨੇ। ਸੋ ਇਹ ਦੋ ਚੀਜ਼ਾਂ ਬੰਦ ਕਰਨੀਆਂ ਨੇ, ਇਹ ਨਹੀਂ ਸੁਣਨੀਆਂ, ਇਹ ਨਹੀਂ ਕਰਨੀਆਂ। ਹਾਂ, ਜਿੱਦਾਂ ਉਹ ਜਿਹਦੀ ਗੱਲ ਕਰਨੀ ਹੈ ਕੋਲ ਹੋਏਗਾ ਜ਼ਰੂਰ ਕਰ ਲਵਾਂਗੇ, ਉਸ ਤੋਂ ਪਹਿਲਾਂ ਨਹੀਂ, ਬੰਦ ਕਰ ਦਿਓ। ਫਿਰ ਕਰੀਏ ਕੀ, ਸਭ ਤੇ ਜਾਣੇ ਆਪਸ ਕੋ ਮੰਦਾ। ਅਸਲ ਵਿੱਚ ਜਿਹੜੀ ਨਿੰਦਿਆ ਹੁੰਦੀ ਉਹ ਅਸੀਂ ਕਿਸੇ ਦੇ ਔਗਣ ਫਰੋਲ ਰਹੇ ਹੁੰਦੇ ਆ, ਤੇ ਗੁਰੂ ਸਾਹਿਬ ਆਖਦੇ ਨੇ ਉਹ ਕਿਸੇ ਦੇ ਔਗਣ ਫਰੋਲਣ ਦੀ ਬਜਾਏ ਤੁਸੀਂ ਆਪਣੇ ਅੰਦਰ ਝਾਤੀ ਮਾਰੋ ਤੇ ਆਪਣੇ ਆਪ ਨੂੰ ਸਭ ਤੋਂ ਮੰਦਾ ਇਸ ਤਰ੍ਹਾਂ ਪਹਿਚਾਣੋ। ਹੋ ਸਕਦਾ ਹੈ ਕਿ ਮੇਰੇ ਵਿੱਚ ਜਿਹਦੀ ਮੈਂ ਨਿੰਦਿਆ ਕਰਨ ਜਾ ਰਿਹਾ ਉਸ ਦੇ ਨਾਲੋਂ ਵਧੇਰੇ ਅਵਗੁਣ ਹੋਣ। ਜੇ ਮੇਰੇ ਵਿੱਚ ਵਧੇਰੇ ਅਵਗੁਣ ਨੇ ਤੇ ਮੈਂ ਕਿਸੇ ਦੇ ਅਵਗੁਣ ਕਿਉਂ ਫੋਲਦਾ ਫਿਰਾਂ? ਮੈਂ ਆਪਣੇ ਹੀ ਵੇਖਾਂ, ਆਪਣੇ ਹੀ ਅੰਦਰ ਝਾਤੀ ਮਾਰਾਂ। ਸੋ ਇਹ ਕਰਮ ਗੁਰੂ ਸਾਹਿਬ ਨੇ ਸਾਨੂੰ ਆਖਿਆ ਤੁਸੀਂ ਕਰਨੇ ਨੇ। ਇਸ ਦਾ ਮਤਲਬ ਇਹ ਹੈ ਬ੍ਰਹਮਚਰਜ। ਬ੍ਰਹਮਚਰਜ ਕੇਵਲ ਕਾਮ ਵਾਸਨਾ ਤੱਕ ਸੀਮਤ ਨਹੀਂ। ਅੱਖਾਂ ਦੇ ਨਾਲ ਜੋ ਅਸੀਂ ਤੱਕਦੇ ਹਾਂ ਉਹ ਵੀ ਬ੍ਰਹਮ ਨੂੰ ਤੱਕਣਾ ਹੈ, ਬ੍ਰਹਮਚਰਜ ਧਾਰਨ ਕਰਨਾ ਹੈ। ਕੰਨਾਂ ਨਾਲ ਜੋ ਸੁਣਦੇ ਆ ਬ੍ਰਹਮਚਰਜ ਧਾਰਨ ਕਰਨਾ ਹੈ ਕਿ ਚੰਗੀਆਂ ਗੱਲਾਂ ਸੁਣਨੀਆਂ ਨੇ, ਮੰਦੀਆਂ ਨਹੀਂ ਸੁਣਨੀਆਂ। ਜੀਭ ਦਾ ਬ੍ਰਹਮਚਰਜ ਹੈ ਕਿ ਮੰਦਾ ਨਹੀਂ ਬੋਲਣਾ, ਕਿਸੇ ਨੂੰ ਗਾਲੀ ਨਹੀਂ ਕੱਢਣੀ, ਕਿਸੇ ਦਾ ਦਿਲ ਨਹੀਂ ਦਿਖਾਉਣਾ ਕੌੜੇ ਬੋਲ ਬੋਲ ਕੇ। ਇਸੇ ਤਰ੍ਹਾਂ ਬਾਕੀ ਇੰਦਰੀ, ਹੱਥਾਂ ਨਾਲ ਬੁਰਾ ਨਹੀਂ ਕਰਨਾ, ਇਹ ਬ੍ਰਹਮਚਰਜ ਹੈ। ਕੇਵਲ ਮੈਂ ਧਰਮ ਦੀ ਕਿਰਤ ਕਰਾਂਗਾ, ਕੇਵਲ ਮੈਂ ਸੇਵਾ ਕਰਾਂਗਾ, ਪਰਉਪਕਾਰ ਕਰਾਂਗਾ, ਪਰ ਇਹਨਾਂ ਹੱਥਾਂ ਨਾਲ ਕੁਛ ਮਾੜਾ ਨਹੀਂ ਕਰਾਂਗਾ, ਚੋਰੀ ਠੱਗੀ ਨਹੀਂ ਕਰਾਂਗਾ, ਪੈਰਾਂ ਨਾਲ ਮਾੜੇ ਪਾਸੇ ਚੱਲ ਕੇ ਨਹੀਂ ਜਾਵਾਂਗਾ। ਇਹ ਪੈਰਾਂ ਦਾ ਬ੍ਰਹਮਚਰਜ ਹੋਏਗਾ। ਸੋ ਇਹ ਚੀਜ਼ਾਂ ਜ਼ਿੰਦਗੀ ਵਿੱਚ ਅਪਣਾਉਣੀਆਂ ਸਾਨੂੰ ਗੁਰੂ ਸਾਹਿਬ ਜੀ ਸਮਝਾ ਰਹੇ ਨੇ। ਭਾਈ ਗੁਰਮਤਿ ਦਾ ਇਹ ਬ੍ਰਹਮਚਰਜ ਹੈ ਕਿ ਆਪਣੇ ਪੂਰੇ ਦੇ ਪੂਰੇ ਗਿਆਨ ਤੇ ਕਰਮ ਇੰਦਰੇ ਤੇ ਆਪਣੇ ਅੰਤਸ਼ਕਰਨ ਉੱਤੇ ਕੰਟਰੋਲ ਕਰਨਾ ਸਿੱਖੋ। ਹਰ ਤਰ੍ਹਾਂ ਦੇ ਨਾਲ ਇਹਨਾਂ ਉੱਤੇ ਕਾਬੂ ਪਾ ਕੇ ਰੱਖੋ ਤੇ ਫਿਰ ਤੁਸੀਂ ਗ੍ਰਸਥ ਵਿੱਚ ਰਹਿੰਦੇ ਹੋਏ ਬ੍ਰਹਮਚਾਰੀ ਹੋ ਜਾਓਗੇ। ਆਪਣੇ ਪਰਿਵਾਰ ਵਿੱਚ ਰਹਿੰਦੇ ਹੋਏ ਤੁਸੀਂ ਬ੍ਰਹਮਚਰਜ ਦੇ ਧਾਰਨੀ ਹੋ ਜਾਓਗੇ। ਅੱਗੇ ਹੁਣ ਸਤਿਗੁਰੂ ਸਾਨੂੰ ਕੀ ਸਮਝਾਉਂਦੇ ਨੇ ਉਸ ਨੂੰ ਸਮਝਣ ਦੀ ਕੋਸ਼ਿਸ਼ ਕਰਦੇ ਹਾਂ। ਅਗਲਾ ਬਚਨ ਹੈ ਧੀਰਜ। ਧੀਰਜ ਭਾਈ ਸੰਤੋਖ ਸਿੰਘ ਜੀ ਨੇ ਜਿਹੜੇ ਬਚਨ ਲਿਖੇ ਨੇ ਉਸ ਨੂੰ ਪਹਿਲਾਂ ਸਮਝ ਲਈਏ, ਫਿਰ ਗੁਰਮਤਿ ਦੀ ਵਿਚਾਰਧਾਰਾ ਸਮਝਦੇ ਹਾਂ। ਅਸਲ ਵਿੱਚ ਭਾਈ ਸੰਤੋਖ ਸਿੰਘ ਨੇ ਵੀ ਗੁਰਮਤਿ ਦੀ ਹੀ ਵਿਚਾਰਧਾਰਾ ਲਿਖੀ ਹੈ, ਪਰ ਉਹਨਾਂ ਨੇ ਆਪਣੇ ਸ਼ਬਦਾਂ ਵਿੱਚ ਲਿਖ ਦਿੱਤੀ ਹੈ। ਪੰਚਮ ਯਮ ਹੈ ਧੀਰਜ ਕਰਨੀ। ਇਹ ਜਿਹੜਾ ਅਸੀਂ ਪਹਿਲਾ ਪੁਆਇੰਟ ਵਿਚਾਰਦੇ ਆ ਨਾ ਤਾਂ ਯਮ, ਉਸ ਦਾ ਇਹ ਪੰਜਵਾਂ, ਉਸ ਦੇ ਅੰਤਰਗਤ ਇਹ ਪੰਜਵਾਂ ਪੁਆਇੰਟ ਹੈ ਧੀਰਜ। ਧੀਰਜ ਕੀ ਹੈ? ਭਾਈ ਸਾਹਿਬ ਆਖਦੇ ਨੇ ਦੁੱਖ ਸੁੱਖ ਸਦਾ ਸਹੇ ਸਮ ਧਰਨੀ। ਦੁੱਖ ਅਤੇ ਸੁੱਖ ਨੂੰ ਸਦੀਵ ਕਾਲ ਇੱਕੋ ਜਿਹਾ ਕਰਕੇ ਜਾਣੇ। ਕੱਲ ਹੀ ਮੈਨੂੰ ਕਿਸੇ ਸੱਜਣ ਦਾ ਫੋਨ ਆਇਆ ਕਿ ਉਹ ਕਹਿੰਦੇ ਸਨ ਕਿ ਫਲਾਣਾ ਆਦਮੀ ਆਹ ਗੱਲ ਭੁੱਲ ਗਿਆ ਕਿਉਂਕਿ ਉਹ ਆਪਣੀ ਖੁਸ਼ੀ ਵਿੱਚ ਗਲਤਾਨ ਸੀ, ਇਸ ਕਰਕੇ ਉਹ ਗੱਲ ਭੁੱਲ ਗਿਆ। ਤੇ ਮੈਂ ਉਹਨੂੰ ਦੱਸ ਰਿਹਾ ਸਾਂ ਕਿ ਤੁਸੀਂ ਗੁਰਬਾਣੀ ਪੜ੍ਹੋ। ਜਿਵੇਂ ਬੰਦਾ ਖੁਸ਼ੀ ਵਿੱਚ ਆਪਣੇ ਆਪੇ ਤੋਂ ਬਾਹਰ ਹੋ ਜਾਂਦਾ ਹੈ, ਉਹਨੂੰ ਹਰ ਚੀਜ਼ ਯਾਨੀ ਬਹੁਤੀਆਂ ਚੀਜ਼ਾਂ ਭੁੱਲ ਜਾਂਦੀਆਂ ਨੇ, ਸਿਰਫ ਆਪਣੀ ਖੁਸ਼ੀ ਚੇਤੇ ਰਹਿੰਦੀ ਹੈ। ਇਸੇ ਹੀ ਤਰ੍ਹਾਂ ਬੰਦਾ ਗਮੀ ਵਿੱਚ ਵੀ ਗੁਬਾਰ ਜਾਂਦਾ ਹੈ। ਜਦੋਂ ਕੋਈ ਦੁੱਖ ਆਉਂਦਾ ਹੈ ਉਦੋਂ ਵੀ ਉਹ ਸਰੀਰ ਉੱਤੇ ਜਿਹੜਾ ਦੁੱਖ, ਚਾਹੇ ਉਹ ਮਾਨਸਿਕ ਹੈ ਤੇ ਚਾਹੇ ਉਹ ਸਰੀਰਕ ਹੈ, ਬਸ ਉਹੋ ਹੀ ਨਜ਼ਰ ਆ ਰਿਹਾ ਹੁੰਦਾ ਹੈ, ਬਾਕੀ ਸਭ ਚੀਜ਼ਾਂ ਭੁੱਲ ਜਾਂਦੀਆਂ ਨੇ। ਇਹਦਾ ਮਤਲਬ ਫਿਰ ਕੀ ਹੋਇਆ? ਦੁੱਖ ਤੇ ਸੁੱਖ ਦੋਵੇਂ ਇੱਕੋ ਜਿਹੇ ਨੇ, ਯਾਨੀ ਇਹ ਮਨ ਦੀ ਹਾਲਤ ਹੈ ਸਾਡੇ ਦੀ, ਜਾਂ ਇਸ ਤਰ੍ਹਾਂ ਆਖੀਏ ਸਾਡੇ ਮਨ ਦੀ ਇਹ ਦੋ ਤਰ੍ਹਾਂ ਦੀ ਅਵਸਥਾ ਜਾਂ ਹਾਲਤ ਬਣਦੀ ਹੈ। ਦੁੱਖ ਤੇ ਸੁੱਖ ਦੋਵੇਂ ਮਾਨੋ ਇੱਕ ਸਿੱਕੇ ਦੇ ਦੋ ਪਾਸੇ ਨੇ, ਇਹਨਾਂ ਨੂੰ ਕਦੇ ਵੱਖਰਿਆਂ ਨਹੀਂ ਕੀਤਾ ਜਾ ਸਕਦਾ। ਪਰ
सुख ते दुख नूं असीं महसूस वखरे वखरे ढंग नाल करदे हां। ये फर्क जरूर है, पर ये सुख ते दुख दोवें ही सानू अपने आपे तो दूर लै जांदे ने। असीं गुआच जांदे हां, असीं भुल जांदे हां, असीं सच्चाई भी कई वारी भुल जांदे हां। पर सतगुरु जी सानू आखदे ने दुख ते सुख नूं सदा इक्को जिहा करके जानना। गुरु तेग बहादुर साहब महाराज जी दे बचन ने दुख सुख दोनों सम कर जाने और मान अपमाना, फर्क सोगते रहे न्यारो। हुण ये जिहड़ियां जोड़ा जोड़ा चीज़ां ने वो सारियां उन्हां दे सिर्फ दो पहलू ने, पर वो साडे मन ते प्रभाव इक्को जिहा पाउंदियां ने। साडे मन की जिहड़ी अवस्था है उसनूं इक्को जिहा तब्दील करदियां ने। अगला बचन भाई संतोख सिंह की लिखते ने, आपद संपद आतप सीता। इहदे अर्थ डॉक्टर वीर सिंह ने कीते ने। आपद दा अर्थ है विपता, संपद दा अर्थ है धन पदार्थ संपदा। कि आखदे ने एक साडा वो साडे जीवन दे विच साडी मनो अवस्था बनदी है जदों सानू कोई मानसिक या शरीरक दुख मिल रहा हुंदा, उसनूं असीं विपता आख दिंदे हां। एक साडी मनोदशा वो हुंदी है जदों साडे कोल सुख प्राप्त करन लई समग्री बहुत सारी हुंदी है, उसनूं असीं संपदा आखदे हां, धन पदार्थ आखदे हां। ਉਹ वक्त जिस वक्त असीं खुशहाली का जीवन जी रहे होइए। आतप का अर्थ है धुप ते सीता का अर्थ है ठंड शीतलता। बेकुल ना होए डुलावे चीता, ये चार चीज़ां आ गईयां हुण साडे सामने। विपता, खुशहाली, मंदहाली ते खुशहाली आख सकदे आपां, धुप ते छां। विकुल ना होए व्याकुल ना होवे, डुलावे चीता अते अपने चित्त नूं किसी भी तरह किसी भी हालत विच डोलन ना देवे। डोलन ना देवे तो मतलब की है थिर रखे। थिर किथे रखे? परमात्मा दी याद विच, परमात्मा दे नाम सिमरन विच। बहुत रब खुशी देवे, सबना नूं देवे परमात्मा, पर असी खुशी विच रब नूं भी भुलदे हां ते अपने आपे नूं भी भुलदे हां। दुख आउंदा है उदों भी असी अपने आपे नूं भी भुल जाने हां ते बाकी हर चीज भुल जाने हां। रब भी विच ही भुल जांदा है, गुरु भी भुल जांदा है, गुरुद्वारे जाना भी भुल जांदा है। कई वारी लोकां नूं दुख विच रोटी खानी ते पानी पीना भी भुल जांदा है। पर भाई साहब आखदे ने विकुल ना होए डुलावे चीता। मन नूं डोलन ना देवे ते व्याकुल ना होवे इन्हां हालतां विच, उस नूं आखदे ने धीरज। धीरज दा अर्थ है हौसला, धीरज दा अर्थ है दृढ़ता, धीरज दा अर्थ है मन दा टिका। सो ये चीज़ां भाई साहब ने साडे सामने लियांदियां ने कि तुसीं धीरज दे धारनी होना। हुण असीं वेखदे हां कि गुरमत गुरबाणी विच इस नूं किवें लिया गया है। गुरबाणी के आधार ते भाई कान सिंह जी लिखते ने, सौख अते विपता वेले अडोल चित रहना धीरज है। हर तरह नाल मन नूं डोलन नहीं देना, इस नूं धीरज आखदे ने। ते इह धीरज गुरमत विच किहो जिहा हुंदा है? गुरु अर्जन देव महाराज जी ने एक उदाहरण लईए, ब्रह्म ज्ञानी कै धीरज एक। ब्रह्म ज्ञानी दे हिरदे विच, उस दे मन विच एक गुण हुंदा है। बहुत सारे गुण हुंदे ने, पर उन्हां सारियां विचों एक गुण हुंदा है जिस नूं असीं हुण धीरज आख रहे हां। ਇਹ ਧੀਰਜ ਕਿਹੋ ਜਿਹਾ ਹੁੰਦਾ ਹੈ ਬ੍ਰਹਮ ਗਿਆਨੀ ਦੇ ਮਨ ਵਿੱਚ? ਜਿਉ ਵਸੁਧਾ ਕੋ ਖੋਦੈ ਕੋ ਚੰਦਨ ਲੇਪ,
ਜਿਹੋ ਜਿਹਾ ਧੀਰਜ ਧਰਤੀ ਦੇ ਮਨ ਵਿੱਚ ਹੁੰਦਾ ਹੈ। ਧਰਤੀ ਦੇ ਮਨ ਵਿੱਚ ਕਿਹੋ ਜਿਹਾ ਧੀਰਜ ਹੁੰਦਾ ਹੈ? ਕੋਈ ਇਸ ਨੂੰ ਖੋਦਣਾ ਸ਼ੁਰੂ ਕਰ ਦੇਵੇ, ਪੁੱਟਣਾ ਸ਼ੁਰੂ ਕਰ ਦੇਵੇ, ਇਹਦੇ 'ਚ ਖੱਡੇ ਪੁੱਟ ਦੇਵੇ, ਇਹਦੇ 'ਚ ਨਦੀਆਂ ਨਾਲੇ ਪੁੱਟ ਦੇਵੇ, ਇਹਦੇ ਸਰੋਵਰ ਬਣਾ ਲਵੇ, ਜੋ ਮਰਜ਼ੀ ਡੂੰਘੀਆਂ ਨੀਹਾਂ ਪੁੱਟ ਲਵੇ, ਇਹ ਕਿਸੇ ਦੇ ਲਈ ਮਾੜਾ ਨਹੀਂ ਚਿਤਵਦੀ। ਚੁੱਪ ਕਰਕੇ ਸ਼ਾਂਤ ਚਿੱਤ ਧਰਤੀ ਪਈ ਹੋਈ ਹੈ, ਤੁਸੀਂ ਇਹਦੇ ਉੱਤੇ ਬੰਮ ਚਲਾਈ ਜਾਓ, ਤੁਸੀਂ ਇਹਦੇ ਉੱਤੇ ਧਰਮ ਮੰਦਰ ਬਣਾਈ ਜਾਓ। ਇਹ ਨਾ ਬੰਮ ਸੁੱਟਣ ਵਾਲੇ ਨੂੰ ਆਖਦੀ ਤੇਰਾ ਕੱਖ ਨਾ ਰਵੇ, ਨਾ ਮੰਦਰ ਬਣਾਉਣ ਵਾਲੇ ਨੂੰ ਆਖਦੇ ਵੀ ਤੂੰ ਬੜਾ ਚੰਗਾ ਕੀਤਾ, ਤੂੰ ਸਦਾ ਜਿਉਂਦਾ ਰਹੇ। ਇਹ ਦੋਵਾਂ ਹਾਲਤਾਂ ਵਿੱਚ ਇੱਕੋ ਜਿਹੀ ਹੈ, ਕੁਛ ਨਹੀਂ ਆਖਦੀ ਕਿਸੇ ਨੂੰ। ਕੋ ਖੋਦਾ ਕੋ ਚੰਦਨ ਲੇਪ, ਕੋਈ ਇਹਦੇ ਉੱਤੇ ਚੰਦਨ ਦਾ ਲੇਪ ਕਰੀ ਜਾਏ, ਇਹ ਉਹਨੂੰ ਅਸੀਸਾਂ ਨਹੀਂ ਦਿੰਦੀ, ਖੋਦਣ ਵਾਲੇ ਨੂੰ ਵੱਧ ਅਸੀਸਾਂ ਨਹੀਂ ਦਿੰਦੀ। ਤੇ ਗੁਰੂ ਸਾਹਿਬ ਦੀ ਮਾਤੇ ਕੇ ਬੰਦੇ ਵਿੱਚ ਇਹੋ ਜਿਹਾ ਧੀਰਜ ਹੋਣਾ ਚਾਹੀਦਾ। ਕਿਸੇ ਨੇ ਕੌੜੇ ਬੋਲ ਦਿੱਤੇ ਨੇ, ਸਹਿਣ ਦੀ ਸ਼ਕਤੀ ਅੰਦਰ ਹੋਣੀ ਚਾਹੀਦੀ। ਕਿਸੇ ਨੇ ਪ੍ਰਸ਼ੰਸਾ ਕੀਤੀ ਹੈ, ਉਸ ਨੂੰ ਵੀ ਜਰ ਲੈਣ ਦੀ ਤਾਕਤ ਹੋਣੀ ਚਾਹੀਦੀ। ਅਸੀਂ ਇਹਨਾਂ ਦੋਵਾਂ ਹਾਲਤਾਂ ਨੂੰ ਨਹੀਂ ਜਰਦੇ। ਕਿਸੇ ਨੇ ਕੌੜਾ ਬੋਲਿਆ, ਉਸੇ ਵੇਲੇ ਅਸੀਂ ਇੱਕ ਦੀ ਬਜਾਏ ਦੋ ਸੁਣਾਉਂਦੇ ਹਾਂ ਅਗਲੇ ਨੂੰ। ਕਿਸੇ ਨੇ ਪ੍ਰਸ਼ੰਸਾ ਕੀਤੀ, ਉਦੋਂ ਬੇਸ਼ੱਕ ਅਸੀਂ ਮੂੰਹੋਂ ਕੁਛ ਨਹੀਂ ਆਖਦੇ, ਪਰ ਅੰਦਰੋਂ ਅਸੀਂ ਫਟਣ ਵਾਲੇ ਹੋ ਜਾਂਦੇ ਹਾਂ। ਇਹ ਦੋਵਾਂ ਹਾਲਤਾਂ ਵਿੱਚ ਅਸੀਂ ਆਪਣੇ ਆਪੇ ਉੱਤੇ ਕਾਬੂ ਨਹੀਂ ਰੱਖ ਸਕਦੇ। ਨਾ ਮਾੜੇ ਬੋਲ ਸੁਣ ਕੇ ਤੇ ਨਾ ਪ੍ਰਸ਼ੰਸਾ ਵਾਲੇ ਬੋਲ ਸੁਣ ਕੇ। ਸੋ ਸਤਿਗੁਰੂ ਜੀ ਸਾਨੂੰ ਸਮਝਾਉਂਦੇ ਨੇ ਕਿ ਐ ਗੁਰੂ ਦੇ ਸਿੱਖਾ, ਜੇ ਤੂੰ ਬਾਣੀ ਪੜ੍ਹਦਾ ਏ, ਜੇ ਤੂੰ ਬਾਣੀ ਸੁਣਦਾ ਏ, ਬਹੁਤ ਸਾਰੇ ਆਪਣੇ ਤੋਂ ਲੋਕ ਹੋਣੇ ਨੇ ਜਿਹੜੇ ਰੋਜ਼ ਸੁਖਮਨੀ ਸਾਹਿਬ ਪੜ੍ਹਦੇ ਹੋਣਗੇ, ਪਰ ਕਦੀ ਉਹਨਾਂ ਨੂੰ ਛੇੜ ਕੇ ਵੇਖੋ, ਐ ਉਂਗਲ ਉਹਨਾਂ ਵੱਲ ਕਰਕੇ ਵੇਖੋ, ਆਖਣਗੇ ਤੇਰੀ ਉਂਗਲ ਕੀਤੀ, ਤੇਰੀ ਉਂਗਲ ਵੱਢ ਦੇਣੀ ਏ, ਤੂੰ ਮੇਰੇ ਵੱਲ ਉਂਗਲ ਕੀਤੀ ਕਿਉਂ? ਸੁਖਮਨੀ ਰੋਜ਼ ਪੜ੍ਹ ਰਹੇ ਨੇ, ਦੂਜੇ ਪਾਸੇ ਫਾਇਦਾ ਕੀ ਹੋਇਆ? ਕੁਛ ਵੀ ਨਾ, ਸਗੋਂ ਆਪਣਾ ਟਾਈਮ ਖਰਾਬ ਕੀਤਾ। ਉਹ ਸਵੇਰੇ ਉੱਠ ਕੇ 2 ਘੰਟੇ ਕੰਮ ਕਰ ਲੈਂਦੇ, ਉਹਦੇ ਕੋਈ 10, 20, 50 ਡਾਲਰ ਸਾਡੇ ਬਣ ਸਕਦੇ ਸਨ। ਪਰ ਅਸੀਂ ਇੱਕ ਪਾਸੇ ਧਰਮ ਦਾ ਕਰਮ ਕਰ ਰਹੇ ਹਾਂ, ਦੂਜੇ ਪਾਸੇ ਉਸ ਧਰਮ ਨੂੰ ਸਮਝਣ ਦੀ ਸਾਡੇ ਮਨ ਵਿੱਚ ਕੋਈ ਇੱਛਾ ਨਹੀਂ, ਕੋਈ ਚਾਹਨਾ ਨਹੀਂ, ਬਿਲਕੁਲ ਹੀ ਨਹੀਂ। ਅਸੀਂ ਆਪਣੇ ਆਪ ਨੂੰ ਬਦਲਣਾ ਨਹੀਂ ਚਾਹੁੰਦੇ, ਅਸੀਂ ਆਪਣੇ ਆਪ ਨੂੰ ਤਬਦੀਲ ਹੋਣਾ ਵੇਖਣਾ ਪਸੰਦ ਹੀ ਨਹੀਂ ਕਰਦੇ ਕਿ ਕੋਈ ਆਖ ਨਾ ਦੇਵੇ ਇਹ ਬੰਦਾ ਬਦਲ ਗਿਆ। ਭਲਿਓ ਚੰਗੇ ਪਾਸੇ ਨੂੰ ਬਦਲਣਾ ਤੇ ਅਤ ਜ਼ਰੂਰੀ ਏ। ਜੇ ਨਹੀਂ ਬਦਲਣਾ ਚਾਹੁੰਦੇ ਤੇ ਮਾੜੇ ਪਾਸੇ ਨੂੰ ਬਦਲਣ ਤੋਂ ਰੁਕੋ ਆਪਣੇ ਆਪ ਨੂੰ, ਪਰ ਚੰਗੇ ਪਾਸੇ ਵੱਲ ਨੂੰ ਬਦਲਣ ਲਈ ਬਿਲਕੁਲ ਨਾ ਆਪਣੇ ਆਪ ਨੂੰ ਰੋਕੋ, ਬਦਲ ਜਾਓ, ਇੱਕਦਮ ਬਦਲ ਜਾਓ। ਮੈਂ ਬਹੁਤ ਸਾਰੇ ਸੱਜਣਾ ਨੂੰ ਜਾਣਦਾ, ਜੇ ਕਦੀ ਉਹਨਾਂ ਦੇ ਨਾਲ ਕੋਈ ਚੰਗੀ ਗੱਲ ਕੀਤੀ ਕਿ ਤੂੰ ਅੰਮ੍ਰਿਤ ਛਕ ਲਾ, ਤੂੰ ਬਾਣੀ ਪੜਿਆ ਕਰ, ਕੁਝ ਇਹੋ ਜਿਹੀਆਂ ਗੱਲਾਂ, ਤੂੰ ਸ਼ਰਾਬ ਹੀ ਛੱਡ ਦੇ, ਇਹ ਨਾ ਪੀਆ ਕਰ, ਤੇ ਉਹ ਆਂਦੇ ਨੇ ਮੇਰੇ ਯਾਰ ਦੋਸਤ ਕੀ ਆਖਣਗੇ ਕੱਲ ਨੂੰ। ਤੇ ਜੇ ਆਖੀਏ ਬਾਣੀ ਪੜ, ਅੰਮ੍ਰਿਤ ਛਕ ਲਾ, ਲੋਕੀ ਆਖਣਗੇ ਗਿਆਨੀ ਬਣ ਗਿਆ ਵੱਡਾ। ਆਹ ਚੀਜ਼ਾਂ ਸਾਡੇ ਮਨ ਵਿੱਚ ਨੇ, ਅਸੀਂ ਬਦਲਣਾ ਹੀ ਨਹੀਂ ਚਾਹੁੰਦੇ, ਕਿਉਂਕਿ ਲੋਕ ਕੀ ਆਖਣਗੇ। ਇਸ ਲੋਕ ਲਾਜ ਨੂੰ ਲਾ ਕੇ ਸਾਨੂੰ ਪਰੇ ਰੱਖ ਦੇਣਾ ਚਾਹੀਦਾ। ਇਸ ਲੋਕ ਲਾਜ ਨੇ ਸਾਡੀ ਪੂਰੀ ਜ਼ਿੰਦਗੀ ਵਿਅਰਥ ਗਵਾ ਦੇਣੀ ਹੈ। ਇਸ ਨੂੰ ਸਮਝਣ ਦੀ ਕੋਸ਼ਿਸ਼ ਕਰੀਏ, ਇਸ ਤੋਂ ਉੱਚੇ ਉੱਠ ਕੇ ਆਪਣੇ ਆਪ ਨੂੰ ਤਬਦੀਲ ਕਰ ਲਈਏ। ਕੋਈ ਕੁਛ ਨਹੀਂ ਆਖੇਗਾ, ਬਿਲਕੁਲ ਨਹੀਂ ਆਖੇਗਾ। ਜਿੱਦਣ ਮੈਂ ਸ਼ਰਾਬ ਪੀਣਾ ਬੰਦ ਕੀਤੀ ਸੀ, ਮੇਰੇ ਸਾਰੇ ਯਾਰ ਦੋਸਤ 2-4 ਦਿਨ ਮੇਰੇ ਨਾਲ ਬੜੇ ਨਾਰਾਜ਼ ਹੋਏ, ਤੇ ਮੈਂ ਸਾਫ਼-ਸਾਫ਼ ਕਹਿਤਾ ਸੀ ਜੇ ਦੋਸਤੀ ਏ ਤੇ ਤੁਸੀਂ ਵੀ ਛੱਡ ਦਿਓ, ਜੇ ਮੇਰੇ ਨਾਲ ਦੁਸ਼ਮਣੀ ਹੈ ਤੇ ਜਾਓ ਪੀਂਦੇ ਰਹੋ। ਬਦਲ ਲਈਏ ਆਪਣੇ ਆਪ ਨੂੰ, ਕੁਛ ਨਹੀਂ ਹੋਣ ਵਾਲਾ। 2-4 ਦਿਨਾਂ ਬਾਅਦ ਸਾਰੇ ਠੀਕ ਹੋ ਗਏ ਸਨ ਕਿ ਚੰਗਾ, ਜੇ ਤੂੰ ਇੰਨਾ ਹੀ ਮਨ ਪੱਕਾ ਕਰ ਲਿਆ ਹੈ ਤੇ ਫਿਰ ਠੀਕ ਹੈ, ਅਸੀਂ ਕੀ ਆਖ ਸਕਦੇ ਹਾਂ। ਗੱਲ ਇੰਨੀ ਕੀ ਹੈ, ਸਾਰੀ ਜ਼ਿੰਦਗੀ ਸੁੱਖ ਦੀ ਬੀਤੇਗੀ। ਜੋ ਉਹਨਾਂ ਨਾਲ ਲੱਗੇ ਰਹਿੰਦੇ, ਅੱਜ ਨੂੰ ਕਿਤੇ ਨਾ ਕਿਤੇ ਅਕਾਲ ਚਲਾਣਾ ਕੀਤੇ ਹੋਣਾ ਸੀ। ਸੋ ਅਸੀਂ ਆਪਣੇ ਆਪ ਨੂੰ ਬਦਲ ਤੋਂ ਡਰੀਏ ਨਾ, ਚੰਗੇ ਪਾਸੇ ਨੂੰ ਬਦਲਣ ਲੱਗਿਆ ਦੇਰੀ ਨਾ ਲਗਾਈਏ, ਬਦਲ ਲਈਏ। ਅਗਲਾ ਬਚਨ ਸਤਿਗੁਰੂ ਜੀ ਦਾ,
ਕਰ ਕਿਰਪਾ ਮੋਇ ਸਾਧ ਮਿਲਾਇਆ, ਮਨ ਤਨ ਸੀਤਲ ਧੀਰਜ ਪਾਇਆ। ਵਾਹਿਗੁਰੂ ਜੀ ਨੇ ਕਿਰਪਾ ਕੀਤੀ ਤੇ ਵਾਹਿਗੁਰੂ ਜੀ ਦੀ ਕਿਰਪਾ ਨਾਲ ਹੋਇਆ ਕਿ ਸਾਧੂ ਮਿਲਿਆ, ਸਾਧੂ ਮੈਨੇ ਗੁਰੂ ਮਿਲਿਆ। ਵਾਹਿਗੁਰੂ ਜੀ ਨੇ ਕਿਰਪਾ ਕੀਤੀ ਤੇ ਸਾਧੂ ਗੁਰੂ ਮਿਲ ਪਿਆ। ਜੇ ਗੁਰੂ ਨੇ ਕਿਰਪਾ ਕੀਤੀ ਤੇ ਉਹਨੇ ਸਾਨੂੰ ਧੀਰਜ ਸਿਖਾਇਆ। ਭਈ ਮਨ ਵਿੱਚ ਧੀਰਜ ਨੂੰ ਧਾਰਨ ਕਰੋ। ਧੀਰਜ ਨੂੰ ਆਂਦੇ ਨੇ ਧਾਰਨ ਕੀਤਾ ਤੇ ਹੋਇਆ ਕਿ ਮਨ ਤੇ ਤਨ ਦੋਵੇਂ ਸ਼ੀਤਲ ਹੋ ਗਏ। ਮਨ ਵੀ ਠੰਡਾ ਠਾਰ ਹੋ ਗਿਆ ਤੇ ਤਨ ਵੀ ਸ਼ਾਂਤ ਹੋ ਗਿਆ। ਨਾ ਹੁਣ ਮੇਰੇ ਬਾਹਰਲੇ ਇੰਦਰੇ ਤੜਫਦੇ ਨੇ ਤੇ ਨਾ ਮੇਰਾ ਅੰਤਸ਼ਕਰਨ ਭਟਕਦਾ ਹੈ। ਇਹ ਸਾਰਾ ਕੁਝ ਹੀ ਸ਼ਾਂਤ ਹੋ ਗਿਆ ਹੈ। ਇਹ ਗੁਰੂ ਦੀ ਕਿਰਪਾ ਹੋਈ। ਕਿਰਪਾ ਤੇ ਰੱਬ ਦੀ ਹੋਈ ਜਿਹਨੇ ਗੁਰੂ ਮਿਲਾ ਦਿੱਤਾ। ਤੇ ਮੈਂ ਤੇ ਇਸ ਤਰ੍ਹਾਂ ਹੀ ਸਮਝਦਾ ਕਿ ਰੱਬ ਜੀ ਨੇ ਕਿੰਨੀ ਵੱਡੀ ਆਪਣੇ ਤੇ ਰਹਿਮਤ ਕੀਤੀ ਏ ਕਿ ਆਪਾਂ ਨੂੰ ਇਹੋ ਜਿਹਾ ਗੁਰੂ ਮਿਲਾ ਦਿੱਤਾ ਹੈ ਜਿਹੜਾ ਗੁਰੂ ਸਾਨੂੰ ਹਰ ਵਕਤ ਗੁਣ ਸਿਖਾਉਂਦਾ ਹੈ ਤੇ ਔਗਣ ਛੱਡਣ ਲਈ ਪ੍ਰੇਰਨਾ ਕਰਦਾ ਹੈ। ਸਤਿਗੁਰੂ ਜੀ ਸਾਨੂੰ ਆਖਦੇ ਨੇ, ਸਾਂਝ ਕਰੀਜੈ ਗੁਨਾਹ ਕੇਰੀ, ਛੋੜ ਅਵਗੁਣ ਚੱਲੀਐ। ਔਗਣਾਂ ਦਾ ਤਿਆਗ ਕਰ ਦਈਏ ਤੇ ਗੁਣਾਂ ਦੇ ਧਾਰਨੀ ਹੋ ਜਾਈਏ। ਜਿੱਦਣ ਗੁਣਾਂ ਦੇ ਧਾਰਨੀ ਹੋਵਾਂਗੇ ਮਨ ਤੇ ਤਨ ਦੋਵੇਂ ਸ਼ਾਂਤ ਹੋ ਜਾਣਗੇ। ਤੇ ਜਦੋਂ ਸ਼ਾਂਤੀ ਆਉਂਦੀ ਏ ਬਸ ਉਸ ਆਨੰਦ ਨੂੰ ਉਹ ਮਨੁੱਖ ਜਾਣਦਾ ਜਿਸ ਦੇ ਮਨ ਨੂੰ ਸ਼ਾਂਤੀ ਮਿਲ ਗਈ ਹੋਵੇ। ਅਸੀਂ ਤੇ ਸਾਰੇ ਗੱਲਾਂ ਕਰ ਰਹੇ ਹਾਂ ਨਾ। ਗੁਰੂ ਅਰਜਨ ਦੇਵ ਮਹਾਰਾਜ ਕੋਲ ਸ਼ਾਂਤੀ ਸੀ, ਉਹਨਾਂ ਕੋਲ ਧੀਰਜ ਸੀ ਕਿ ਉਹਨਾਂ ਨੂੰ ਦੁਨੀਆ ਦੀ ਕੋਈ ਤਾਕਤ, ਦੁਨੀਆ ਦਾ ਕੋਈ ਤਸੀਹਾ, ਦੁਨੀਆ ਦਾ ਕੋਈ ਦੁੱਖ ਧੀਰਜ ਤੋਂ ਥਿਕਾ ਸਕਿਆ, ਡੁਲਾ ਸਕਿਆ ਉਹਨਾਂ ਨੂੰ ਉਹਨਾਂ ਦੇ ਆਪਣੇ ਰਸਤੇ ਤੋਂ? ਬਿਲਕੁਲ ਨਹੀਂ। ਸੋ ਉਹਨਾਂ ਦਾ ਮਨ ਵੀ ਸ਼ਾਂਤ, ਉਹਨਾਂ ਦਾ ਤਨ ਵੀ ਸ਼ਾਂਤ। ਤੇ ਇਹ ਸ਼ਾਂਤੀ ਮਿਲੀ ਗੁਰੂ ਕੋਲੋਂ। ਗੁਰੂ ਨੇ ਆਖਿਆ ਧੀਰਜ ਦੇ ਧਾਰਨੀ ਹੋਵੋ। ਤੇ ਜਦੋਂ ਕੋਈ ਮਨੁੱਖ ਧੀਰਜ ਦਾ ਧਾਰਨੀ ਹੁੰਦਾ ਹੈ ਇੱਕ ਤਰ੍ਹਾਂ ਨਾਲੋਂ ਬ੍ਰਹਮ ਗਿਆਨ ਦੀ ਅਵਸਥਾ ਨੂੰ ਪ੍ਰਾਪਤ ਕਰ ਲੈਂਦਾ। ਸੋ ਆਓ ਅਸੀਂ ਇਸ ਤੋਂ ਥੋੜਾ ਅੱਗੇ ਚੱਲਦੇ ਹਾਂ। ਸਮਾਂ ਇਜਾਜ਼ਤ ਨਹੀਂ ਦਿੰਦਾ, 1-2 ਮਿੰਟ ਵਿੱਚ ਮੈਨੂੰ ਸਮ ਅਪ ਕਰਦਾ। ਇਹ ਅਸੀਂ 5 ਚੀਜ਼ਾਂ ਵੇਖੀਆਂ ਨੇ ਯਮ ਦੇ ਹੇਠਾਂ, ਉਹਦੇ ਅੰਤਰਗਤ। ਨੰਬਰ 1 ਅਹਿੰਸਾ, ਨੰਬਰ 2 ਸੱਚ, ਨੰਬਰ 3 ਸਤੇਈ ਭਾਵ ਚੋਰੀ ਨਾ ਕਰਨਾ, ਨੰਬਰ 4 ਬ੍ਰਹਮਚਰਜ ਤੇ ਨੰਬਰ 5 ਧੀਰਜ। ਇਹ 5 ਗੁਣ ਨੇ ਜਿਨ੍ਹਾਂ ਨੂੰ ਅਸੀਂ ਬੜੇ ਵਿਸਥਾਰ ਨਾਲ ਸਮਝਿਆ। ਹਿੰਸਾ ਕਿੰਨੇ ਪ੍ਰਕਾਰ ਦੀ ਹੈ ਤੇ ਇਹਦੇ ਉਲਟ ਹਿੰਸਾ ਕਿੰਨੇ ਪ੍ਰਕਾਰ ਦੀ ਹੈ। ਸੱਚ ਕਿੰਨੀ ਤਰ੍ਹਾਂ ਦਾ ਹੁੰਦਾ ਹੈ, ਚੋਰੀ ਕਿੰਨੀ ਤਰ੍ਹਾਂ ਨਾਲ ਕੀਤੀ ਜਾਂਦੀ ਹੈ, ਬ੍ਰਹਮਚਰਜ ਕਿਵੇਂ ਰੱਖਿਆ ਜਾਂਦਾ ਤੇ ਕਿੰਨੀ ਪ੍ਰਕਾਰ ਦਾ ਹੈ, ਧੀਰਜ ਕਿਸ ਨੂੰ ਆਖਦੇ ਨੇ, ਅਸੀਂ ਸਾਰਾ ਸਮਝਿਆ। ਇਹਦੇ ਨਾਲ ਨਾਲ ਭਾਈ ਸੰਤੋਖ ਸਿੰਘ ਜੀ ਨੇ ਸਾਨੂੰ ਹੋਰ 2 ਗੁਣ ਐਕਸਟਰਾ ਦਿੱਤੇ ਨੇ ਜਿਨ੍ਹਾਂ ਦੇ ਅਸੀਂ ਧਾਰਨੀ ਹੋਣਾ ਹੈ। ਉਹਨਾਂ 2 ਗੁਣਾਂ ਦੇ ਵਿਚਾਰ ਆਪਾਂ ਅਗਲੀ ਕਥਾ ਵਿੱਚ ਆਰੰਭ ਕਰਾਂਗੇ। ਉਹ 2 ਗੁਣ ਨੇ, 1 ਨੰਬਰ ਮਨ ਨੀਵਾਂ ਰੱਖਣਾ ਤੇ ਨੰਬਰ 2 ਗੁਣਾਂ ਦਾ ਅਹੰਕਾਰ ਨਾ ਕਰਨਾ। ਮਨ ਨੀਵਾਂ ਰੱਖਣਾ ਤੇ ਗੁਣਾਂ ਦਾ ਅਹੰਕਾਰ ਨਾ ਕਰਨਾ। ਇੱਥੋਂ ਅਗਲੀ ਕਥਾ ਵਿੱਚ ਆਪਾਂ ਗੱਲ ਸ਼ੁਰੂ ਕਰਕੇ ਤੇ ਜਦੋਂ ਹੀ ਪੂਰੀ ਹੋਏਗੀ ਤੇ ਆਪਾਂ ਇਸ ਤੋਂ ਅਗਲਾ ਪੁਆਇੰਟ ਹੈ ਨਿਯਮ। ਨਿਯਮ ਦਾ ਅਰਥ ਹੈ ਅਸੂਲ, ਕੋਈ ਬੰਦਸ਼, ਕੋਈ ਡਿਸਿਪਲਿਨ, ਆਪਣੇ ਆਪ ਨੂੰ ਕਿਸੇ ਮਰਿਆਦਾ ਵਿੱਚ ਰੱਖਣਾ। ਉਸ ਨੂੰ ਨਿਯਮ ਆਖਦੇ ਨੇ ਕਿ ਮੈਂ ਆਪਣੇ ਘਰ ਦੇ ਆ ਨਿਯਮ ਬਣਾਏ ਨੇ, ਸਾਡੇ ਗੁਰੂ ਘਰ ਦੇ ਆ ਕੁਝ ਨਿਯਮ ਨੇ, ਸਿਧਾਂਤ ਨੇ, ਮੇਰੇ ਪਰਸਨਲ ਆ ਕੁਝ ਨਿਯਮ ਨੇ, ਮੈਂ ਆ ਚੀਜ਼ਾਂ ਕਰਨੀਆਂ ਨੇ, ਆ ਨਹੀਂ ਕਰਨੀਆਂ। ਸੋ ਇੱਥੋਂ ਆਪਾਂ ਗੱਲ ਅਗਲੀ ਕਥਾ ਸ਼ੁੱਕਰਵਾਰ ਸਤਿਗੁਰੂ ਜੀ ਸਮਾਂ ਬਖਸ਼ਿਸ਼ ਕਰਨ ਤੇ ਪ੍ਰਾਰੰਭ ਕਰਾਂਗੇ। ਫਿਰ ਆਪਾਂ ਲੜੀਵਾਰ ਅੱਗੇ ਸਮਝਦੇ ਚੱਲਾਂਗੇ ਕਿ ਨਿਯਮ ਕਿੰਨੀ ਪ੍ਰਕਾਰ ਦਾ ਹੈ ਤੇ ਕਿਹੜੀਆਂ ਕਿਹੜੀਆਂ ਚੀਜ਼ਾਂ ਦਾ ਅਸੀਂ ਨਿਯਮ